अस्सलाम वालेकुम फ्रेंड्स, मैं हूं उस्मान अशरफ और आप देख रहे हैं बिजनेस आइडियाज उर्दू। दोस्तों यहाँ पे गफ्फर भाई के फॉर्म पे मौजूद हूं। पहले भी कुछ एपिसोड शूट हो चुके हैं, ऊपर लिंक आ रहा होगा, उस पर क्लिक करके आप पहले एपिसोड भी हमारे देख सकते हैं। तो अभी मजीद इनसे जानकारी लेते हैं। ये मंडी से न्यू माल लेके आए हैं, तो इस हवाले से गफ्फर भाई से जानते हैं। तो वीडियो लास्ट तक देखिएगा। याद रहे कि इस वीडियो में सिर्फ जानवरों की कीमतें और मंडी के एक्सपीरियंस के हवाले से बात होगी, और शेड बनाने का कितना खर्चा है और इसकी खुराक क्या है ये जानने के लिए हमारे पहले एपिसोड आप देख सकते हैं, उनमें इस हवाले से मालूमात दी गई है। ये ऊपर लिंक आ रहा होगा, उस पर क्लिक करके पहले एपिसोड देख सकते हैं। अच्छा गफ्फर भाई, ये दस दियो कि पहले व्लॉग च ਕਿਹੜੇ ਤੁਹਾਡੇ ਬੱਚੇ ਇਹ ਮੌਜੂਦ ਨੇ ਤੇ ਅੱਗੋਂ ਨਵੇਂ ਕਿਹੜੇ ਆਉਂਦੇ ਨੇ? ਬਈ ਇਹਦੇ ਵਿੱਚ ਇੱਕ ਤੋਂ ਪਰਲਾ ਫਸਟ ਵਨ ਪਰਲਾ ਜਿਹੜਾ ਪਹਿਲਾ ਹੀ ਹੈ ਜਿਹਦਾ ਵਾਈਟ ਸੇਬ ਨੇ। ਅੱਛਾ, ਉਸ ਤੋਂ ਬਾਅਦ ਬਈ ਇਹ ਕਹਿ ਲਾ ਲਿਆ ਇਹ ਪਹਿਲੇ ਫਲॉग ਚ ਸੀ। ਅੱਛਾ, ਇਹ ਤੋਂ ਅਸੀਂ ਛੋਟੇ ਛੋਟੇ ਲੈ ਕੇ ਆਏ ਸਾਂ। ਇੱਕ ਇਹ ਜਿਹੜਾ ਬੈਠਾ ਹੋਇਆ ਹੈ, ਅੱਛਾ, ਇਹ ਬੱਚਾ ਸੀ। ਉਸ ਤੋਂ ਬਾਅਦ ਤੋਂ ਜਿਹੜਾ ਸਿੰਘਾਂ ਵਾਲਾ ਇੱਕ ਬੱਚਾ ਹੈ। ਅੱਛਾ, ਇਹ ਸਿੰਘਾਂ ਵਾਲਾ ਵੀ ਬਿਲਕੁਲ ਇਹ ਵੀ ਪਹਿਲੇ ਚ ਹੈ? ਇਹ ਵੀ ਪਹਿਲੇ ਚ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਬਲੈਕ ਬੱਚਾ ਇੱਕ ਸਹੀ ਪਹਿਲੇ ਚ। ਅੱਛਾ, ਹੁਣ ਮੈਨੂੰ ਇਹ ਦੱਸਿਓ ਕਿ ਤੁਸੀਂ ਲੈਣ ਗਏ ਸਮਾਲ ਤੇ ਕਿਹੜੀ ਮੰਡੀ ਚ ਗਏ ਹੋ? ਪਹਿਲਾਂ ਇੱਥੋਂ ਕਿਹੜੀ ਮੰਡੀ ਗਏ ਹੋ ਤੁਸੀਂ? ਬਈ ਦੋ ਮੰਡੀਆਂ ਚ ਲੈ ਕੇ ਆਏ, ਇੱਕ ਬਹਾਵਲਪੁਰ ਮੰਡੀ ਚ ਤੇ ਇੱਕ ਲੁਧਿਆਣਾ ਵਾਲੀ ਮੰਡੀ ਚ। ਅੱਛਾ, ਇਹ ਦੋਨੋਂ ਮੰਡੀਆਂ ਚ ਗਏ ਸਾਂ। ਇੱਕ ਅੱਛਾ, ਉਹ ਜਿਹੜੀ ਸ਼ਹਬਾਜ਼ ਵਾਲਾ ਮੰਡੀ ਗਏ ਸੋ ਉੱਥੇ ਕਿਹਦਾ ਉੱਥੇ ਐਕਸਪੀਰੀਅੰਸ? ਅਸੀਂ ਨਹੀਂ ਗਏ। ਅੱਛਾ, ਹਾਂਜੀ ਉੱਥੇ ਨਹੀਂ ਗਏ। ਵੈਸੇ ਤੁਸੀਂ ਇਲਾਕਾ ਵਿਜ਼ਿਟ ਕੀਤਾ? ਵਿਜ਼ਿਟ ਕੀਤਾ ਇਲਾਕਾ, ਲੇਕਿਨ ਜਿਹੜੇ ਅਸੀਂ ਬੱਚੇ ਲੈ ਕੇ ਆਏ ਆ ਉਹ ਬਹਾਵਲਪੁਰ ਤੋਂ ਕੁਝ ਲੈ ਕੇ ਆਏ ਤੇ ਕੁਝ ਲੁਧਿਆਣਾ ਮੰਡੀ ਚੋਂ ਲੈ ਕੇ ਆਏ ਆ। ਸਹੀ। ਤੇ कैसा तजर्बा रहा लुडन ਦਾ ਤੇ ਬਹਾਵਲਪੁਰ ਮੰਡੀ ਦਾ? ਤਕਰੀਬਨ ਸੇਮ ਆਲਮੋਸਟ ਸੇਮ ਹੀ ਹੈ। ਬਹਾਵਲਪੁਰ ਦਾ ਤੇ ਦੂਸਰਾ ਜਿਹੜਾ ਲੁਧਿਆਣਾ ਦਾ ਨਾ ਇੱਕੋ ਰੇਟ ਦਾ ਤਕਰੀਬਨ ਮਿਲ ਜਾਂਦਾ। ਲੁਧਿਆਣਾ ਥੋੜਾ ਜਿਹਾ ਸਸਤਾ ਸੀ ਜਿਸ ਦਿਨ ਅਸੀਂ ਗਏ ਆ। ਉਹ ਯਾਨੀ ਕਿ ਉੱਧਰ ਦੇ ਲੋਕਾਂ ਦੇ ਮੁਤਾਬਕ ਕਿ ਉਦੋਂ ਜਿੱਦਣ ਅਸੀਂ ਗਏ ਆ ਉਦੋਂ ਸਾਨੂੰ ਥੋੜਾ ਜਿਹਾ ਮਾਲ ਸਸਤਾ ਮਿਲਿਆ। ਬਾਕੀ ਉਹ ਕਹਿੰਦੇ ਨੇ ਕਿ ਜਿਵੇਂ ਬਹਾਵਲਪੁਰ ਹੈ ਨਾ ਉਵੇਂ ਹੀ ਇੱਥੇ ਹੁੰਦਾ ਹੈ, ਲੇਕਿਨ ਉਹ ਮਾਲ ਜ਼ਿਆਦਾ ਸੀ ਔਰ ਖਰੀਦਦਾਰ ਜਿਹੜਾ ਕਮ ਸੀ ਉਦੋਂ ਜਿਸ ਦਿਨ ਅਸੀਂ ਗਏ ਸਾਂ। ਜਿਹੜਾ ਫਾਰਮਿੰਗ ਸਟਾਰਟ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਤੁਸੀਂ ਕੀ ਰਿਕਮੈਂਡ ਕਰਦੇ ਹੋ ਕਿ ਉਹ ਕਿਹੜੀ ਮੰਡੀ ਜਾਣ ਤੇ ਜ਼ਿਆਦਾ ਬੈਸਟ ਹੈ? ਮੇਰਾ ਖਿਆਲ ਹੈ ਲੁਧਿਆਣਾ ਮੰਡੀ ਅਗਰ ਚਲੇ ਜਾਣ ਤਾਂ ਬਿਹਤਰ ਰਹੇਗਾ। ਅੱਛਾ, ਹੁਣ ਅਸੀਂ ਸਾਰੀਆਂ ਬੱਚਿਆਂ ਦੀਆਂ ਕੀਮਤਾਂ ਤੇ ਨਹੀਂ ਦੱਸ ਸਕਾਂਗੇ, ਲੇਕਿਨ ਸਪੋਜ਼ ਕਰੋ ਜਿਵੇਂ ਇਹ ਬੱਚਾ ਹੈ, ਇਹ ਕਿੰਨੇ ਕੁ ਦਾ ਹੋਣਾ? ਬਈ ਇਹ 55,000 ਦਾ ਮੇਰੇ ਖਿਆਲ ਨਾਲ ਹੈ, 56 ਜਾਂ 5 ਦਾ ਐਗਜ਼ੈਕਟਲੀ ਤਾਂ ਮੈਨੂੰ ਕੀਮਤਾਂ ਯਾਦ ਨਹੀਂ ਹੋਣ ਹੈਗੀਆਂ, ਲੇਕਿਨ ਤਕਰੀਬਨ ਆਲਮੋਸਟ ਜਿਹੜਾ ਨਾ ਇਹ ਮੇਰਾ ਖਿਆਲ ਹੈ 55-6 ਤੱਕ ਹੈ। ਇਹ ਹੁਣ ਜਿਵੇਂ ਦੋ ਬੱਚੇ ਨੇ ਇਹ ਆਮਨੋ ਸਾਹਮਣੇ, ਇਹ ਮੈਨੂੰ ਤਕਰੀਬਨ 65 ਦੇ ਨੇ। ਅੱਛਾ, ਕੁਝ ਵਿੱਚ ਐਨੇ ਜਿਹੜੇ ਪੱਕੇ ਯਾਦ ਨੇ, ਲੇਕਿਨ ਮੋਸਟਲੀ ਜਿਹੜੇ ਨੇ ਨਾ ਉਹ ਯਾਦ ਨਹੀਂ ਹੈਗੇ। ਚਲੋ ਮੈਨੂੰ ਨਾ ਬਸ ਜਿਹੜੇ ਪੱਕੇ ਯਾਦ ਨੇ ਨਾ ਉਹਨਾਂ ਦਾ ਥੋੜਾ ਮੈਨੂੰ ਦੱਸ ਦੇ ਜਾਏ। ਇਹ ਜਿਹੜਾ ਤੁਸੀਂ ਦੱਸ ਰਹੇ ਹੋ 65 ਦਾ ਅੱਛਾ ਵੀ ਸੋਹਣਾ। ਵੈਸੇ ਇਹ ਦੋਂਦਾ ਹੀ ਹੈ? ਨਹੀਂ, ਖੀਰ ਹੈ। ਇਹ ਖੀਰ ਹੈ। ਤੇ ਬਾਕੀ ਹੋਰ ਕਿਹੜੀ ਦੀ ਯਾਦ ਹੈ? ਔਸਤਨ ਵੈਸੇ ਸਾਰਿਆਂ ਦੀ ਐਵਰੇਜ ਕਿੰਨੇ ਚ ਪੈ ਗਏ? ਔਸਤਨ ਐਵਰੇਜ ਤਕਰੀਬਨ 54-5 ਤੱਕ ਹੈ। 54-5 ਤੱਕ ਹੈ ਇੰਨੀ 54-55 ਤੱਕ ਜਿਹੜੇ ਨੇ ਐਵਰੇਜ ਪਈ। 54 ਆਈ ਥਿੰਕ ਮੋਸਟ ਜਿਹੜੇ ਨਾ ਨਜ਼ਦੀਕ ਤਰੀਨ ਜਿਹੜੀ ਹੈ ਨਾ। ਅੱਛਾ, ਮੈਨੂੰ ਹੁਣ ਥੋੜਾ ਇਹ ਦੱਸਿਓ ਕਿ ਪਹਿਲਾਂ ਤੁਸੀਂ ਫੈਟਨਿੰਗ ਵਾਸਤੇ ਪਾਉਂਦੇ ਰਹੇ ਹੋ ਨਾ ਬੱਚੇ ਇਸ ਫਾਰਮ 'ਚ, ਤੇ ਹੁਣ ਤੁਸੀਂ ਇਹ ਕੁਰਬਾਨੀ ਵਾਲੇ ਪਾ ਰਹੇ ਹੋ, ਇਹਦੀ ਕੀ ਵਜ੍ਹਾ ਹੋਈ ਹੈ ਤਬਦੀਲੀ ਦੀ? ਅਸਲ 'ਚ ਇਹ ਜਿਹੜਾ ਹੁਣ ਸੀਜ਼ਨ ਲੈ ਕੇ ਆਏ ਆ ਸਾਨੂੰ 1.5 ਮਹੀਨਾ ਹੋ ਗਿਆ, ਠੀਕ ਹੈ ਨਾ, ਮਹੀਨਾ 1.5 ਹੋ ਗਿਆ ਇਹਨਾਂ ਲੈਂਦਿਆਂ ਨੂੰ। ਇਹ ਸੀਜ਼ਨ ਦੇ ਵਿੱਚ ਫੈਟਨਿੰਗ ਵਾਸਤੇ ਜਾਨਵਰ ਜਿਹੜਾ ਨਾ ਵੱਛਾ ਸਪੈਸ਼ਲੀ ਉਹ ਇਤਨੀ ਗਰੋਥ ਨਹੀਂ ਕਰਦਾ ਸਰਦੀ ਦੇ ਮੌਸਮ 'ਚ। ਇਸ ਵਾਸਤੇ ਹਾਂ ਕਿਹਾ ਕਿ ਚਲੋ ਨਾਲੇ ਤੇ ਕਿੰਨਾ ਦਾ ਸੀਜ਼ਨ ਹੈ ਹੁਣ ਅੱਗੋਂ ਇਹ ਲੈ ਕੇ ਆਏ ਆ। ਪਲੱਸ ਮੈਂ ਪਿੱਛੇ ਇੱਕ ਹੋਰ ਫਾਰਮ ਬਣਾ ਲਗਾ। ਅੱਛਾ, ਸ਼ੈਡ ਨਾ ਇਸ ਤਰ੍ਹਾਂ ਦਾ ਇੱਕ ਹੋਰ ਬਣਾ ਲਗਾ ਜਿੱਥੇ ਮੈਂ ਸਪੈਸ਼ਲੀ ਫੈਟਨਿੰਗ ਵਾਲੇ ਜਾਨਵਰ ਰੱਖਾਂਗਾ। ਸਹੀ। ਉਹ ਇਨਸ਼ਾਅੱਲਾ 1 ਮਾਹ ਤੋਂ 1.5 ਮਾਹ ਤੱਕ ਜਿਹੜਾ ਨਾ ਪਲਾਨ ਮੇਰਾ ਐਗਜ਼ੀਕਿਊਟ ਹੋ ਜਾਏਗਾ, ਤੇ ਉਸ ਤੋਂ ਬਾਅਦ ਜਿਹੜਾ ਫਿਰ ਇਨਸ਼ਾਅੱਲਾ। ਅੱਛਾ, ਤਾਰੀਖ ਯਾਦ ਹੈ ਕਿਸ ਤਾਰੀਖ ਨੂੰ ਤੁਸੀਂ ਲੈ ਕੇ ਆਏ ਹੋ ਮਾਲ? ਯਾਨੀ ਕਿਹੜੇ ਮਹੀਨੇ 'ਚ? ਬਈ ਅਸੀਂ ਦਸੰਬਰ ਜਾਂ ਜਨਵਰੀ? ਦਸੰਬਰ ਦੇ ਐਂਡ 'ਚ ਲਿਆਂਦਾ ਸੀ, ਕੁਛ ਦਸੰਬਰ ਦੇ ਐਂਡ 'ਤੇ ਲਿਆਂਦੇ ਸਨ ਔਰ ਕੁਝ ਜਨਵਰੀ ਦੇ ਸਟਾਰਟਿੰਗ ਤੋਂ। ਜੀ ਤਕਰੀਬਨ ਯਾਨੀ ਮਹੀਨਾ ਡੇਢ ਹੋ ਗਿਆ ਇਹਨਾਂ ਨੂੰ। ਮਹੀਨਾ ਡੇਢ ਹੋ ਗਿਆ। ਜਾਨਵਰ ਮਹੀਨੇ ਦੇ ਵੀ ਨੇ, ਕੁਝ ਜਾਨਵਰ 1.5 ਮਾਹ ਵੀ ਹੋ ਗਏ ਇਹਨਾਂ ਨੂੰ। ਚਲੋ ਮੈਂ ਕੋਸ਼ਿਸ਼ ਕਰਾਂਗਾ ਈਦ ਦੇ ਲਾਗੇ ਦੁਬਾਰਾ ਤੁਹਾਡੇ ਕੋਲ ਆਵਾਂ ਜੀ। ਦੋਸਤੋ ਮੈਂ ਜਿਹੜੀ ਗੱਲ ਕਰ ਰਿਹਾ ਸੀ 2018 ਦਾ ਦਸੰਬਰ ਤੇ 2019 ਦੀ ਜਨਵਰੀ, ਇਹਦੇ ਵਿੱਚ ਇਹ ਜਾਨਵਰ ਆਏ ਨੇ, ਤੇ ਜਦੋਂ ਇਹ ਵਿਕਣਗੇ ਕੀ ਪ੍ਰੋਫਿਟ ਰੇਸ਼ੋ ਰਹਿੰਦਾ ਇਨਸ਼ਾਅੱਲਾ ਤੁਹਾਡੇ ਨਾਲ ਡਿਸਕਸ ਕਰਾਂਗੇ ਨਵੀਂ ਵੀਡੀਓ ਦੇ ਵਿੱਚ, ਉਦੋਂ ਜਿਹੜੀ ਬਣੇਗੀ। ਤੇ ਖੈਰ ਹੁਣ ਅਸੀਂ ਸਿਰਫ ਇਹ ਹੀ ਮਾਲੂਮਾਤ ਲੈਣੇ ਇਹਨਾਂ ਕੋਲੋਂ। ਮਜ਼ੀਦ ਅਗਰ ਤੁਸੀਂ ਇਹ ਕੰਸਟਰਕਸ਼ਨ ਜਾਂ ਇਸ ਹਵਾਲੇ ਨਾਲ ਸਾਰੀ ਮਾਲੂਮਾਤ ਲੈਣਾ ਚਾਹੋ ਤਾਂ ਪਹਿਲਾਂ ਸਾਡੀਆਂ ਵੀਡੀਓ ਮੌਜੂਦ ਨੇ, ਉਹ ਤੁਸੀਂ ਦੇਖ ਸਕਦੇ ਹੋ। ਉੱਤੇ ਮੈਂ ਲਿੰਕ ਡਾਲ ਦਿਆਂਗਾ ਜਾਂ ਵੀ ਐਸੇ ਵੀਡੀਓ ਦੇ ਐਂਡ ਤੇ ਉਹ ਲਿੰਕ ਆ ਜਾਣਗੇ, ਉੱਥੋਂ ਤੁਸੀਂ ਦੇਖ ਸਕਦੇ ਹੋ। ਤੇ ਬਾਕੀ ਰਹੀ ਗਜ਼ੰਫਰ ਭਾਈ ਦੇ ਨੰਬਰ ਵਾਲੀ ਗੱਲ,
ਬਹੁਤ ਸਾਰੇ ਦੋਸਤ ਨੰਬਰ ਮੰਗਦੇ ਨੇ ਕਿ ਇਹਨਾਂ ਮਾਸ਼ਾਅੱਲਾ ਐਡਾ ਪਿਆਰਾ ਸੈਟਅਪ ਬਣਾਇਆ ਤੇ ਅਸੀਂ ਵੀ ਬਣਾਈਏ, ਮਾਲੂਮਾਤ ਲਈਏ। ਤੇ ਗਜ਼ਨਫਰ ਭਾਈ ਨੰਬਰ ਤੁਹਾਡਾ ਦੇ ਦਿਆਂ ਕਿ ਨਾ ਦਿਆਂ ਵੀਵਰਸ ਨੂੰ? ਦੇ ਦਿਓ ਭਾਈ, ਕੋਈ ਮਸਲਾ ਨਹੀਂ। ਤੇ ਜੀ ਦੋਸਤੋ ਉਸ ਹਿਸਾਬ ਨਾਲ ਕਰਿਓ। ਮੁਰਗੀਆਂ ਵਾਲੇ ਵਾਲਾ ਜਿਹੜਾ ਮੁਰਗੀਆਂ ਵਾਲੇ ਦਾ ਨੰਬਰ ਦਿੱਤਾ ਸੀ, ਫਿਰ ਮੈਨੂੰ ਨੰਬਰ ਹਟਾਉਣਾ ਪਿਆ। ਤੇ ਡਿਸਕ੍ਰਿਪਸ਼ਨ 'ਚ ਮੈਂ ਨੰਬਰ ਦਿਆਂਗਾ ਇਹਨਾਂ ਦਾ, ਗਜ਼ਨਫਰ ਭਾਈ ਦਾ। ਅਗਰ ਬਹੁਤ ਜ਼ਿਆਦਾ ਇਹ ਤੰਗ ਆ ਗਏ ਤਾਂ ਫਿਰ ਮੈਨੂੰ ਦੱਸ ਦੇਣਗੇ ਤੇ ਮੈਂ ਨੰਬਰ ਹਟਾ ਦੇਵਾਂਗਾ, ਅਦਰਵਾਈਜ਼ ਨੰਬਰ ਮੌਜੂਦ ਹੋਏਗਾ, ਤੁਸੀਂ ਮਾਲੂਮਾਤ ਇਹਨਾਂ ਕੋਲੋਂ ਲੈ ਸਕਦੇ ਹੋ। ਅੱਛਾ ਗਜ਼ਨਫਰ ਭਾਈ ਥੋੜ੍ਹੀ ਦੱਸਿਓ ਮੋਟਾ ਮੋਟਾ ਹਿਸਾਬ, ਜਿਹੜੇ ਤੁਹਾਨੂੰ ਐਗਜ਼ੈਕਟ ਯਾਦ ਨੇ ਨਾ ਰੇਟ, ਉਹ ਜ਼ਰਾ ਸਾਨੂੰ ਦੱਸ ਦਿਓ। ਜੀ ਭਾਈ ਇਹ ਬੱਚਾ 57 ਦਾ, 57,000 ਦਾ। 57,000 ਦਾ ਇਹ ਬੱਚਾ ਆਇਆ ਜੀ। ਇਹ ਮੇਰਾ ਪਹਿਲੇ ਫਲਾਕ 'ਚ ਬੱਚਾ ਹੈ, ਉਦੋਂ ਮੈਂ ਲੈ ਕੇ ਆਇਆ ਸਾਂ 24-25,000 ਦਾ ਲੈ ਕੇ ਆਇਆ ਸੀ। ਹੁਣ ਤੇ ਮਾਸ਼ਾਅੱਲਾ ਕਾਫੀ ਤਿਆਰ ਹੋਇਆ ਸੋਹਣਾ। ਇਹਦੀ ਯਾਨੀ ਕਿੰਨਾ ਚਿਰ ਹੋ ਗਿਆ ਤੁਹਾਡੇ ਫਾਰਮ 'ਚ ਇਹਨੂੰ? ਤਕਰੀਬਨ 7ਵਾਂ ਹੋ ਗਿਆ ਇਹਨੂੰ ਜੀ। ਇਹ ਸਿੰਘਾਂ ਵਾਲਾ ਵੀ ਤੁਸੀਂ ਦੱਸਦੇ ਸੋ ਪੁਰਾਣਿਆਂ 'ਚ? ਪਹਿਲੇ ਫਲਾਕ 'ਚ। ਇਹ ਕਿੰਨੇ ਮਾਹ ਹੋ ਗਏ ਨੇ ਤੁਹਾਡੇ ਫਾਰਮ 'ਚ ਇਹਨੂੰ? ਬਈ ਇਹਨੂੰ ਵੀ 7 ਕੁ ਮਾਹ ਹੋ ਗਏ ਨੇ, 7.5-700। ਇਹ ਕਿੰਨੇ ਦਾ ਲੈ ਕੇ ਆਏ ਸੋ? ਬਈ ਇਹ ਵੀ ਉਹਦੇ 'ਚ ਵੀ ਜੈਸੇ ਕਿ ਪਹਿਲਾਂ ਵੀਡੀਓ ਦੇ ਵਿੱਚ ਸਾਡੀ ਗੱਲ ਹੋਈ ਹੈ, ਤਕਰੀਬਨ 25 ਜਾਂ 26,000 ਮੈਨੂੰ ਐਵਰੇਜ ਇਹਨਾਂ ਦੀ ਪਈ ਸੀ, ਠੀਕ ਹੈ ਨਾ। ਔਰ ਉਹ 25 ਦਾ ਆਏਗਾ, 24 ਦਾ ਆਏਗਾ, 26 ਦਾ ਆਏਗਾ, ਇੱਥੋਂ ਤੱਕ ਹੀ ਹੈ। ਤੇ ਮਾਸ਼ਾਅੱਲਾ ਹੁਣ ਤੇ ਕਾਫੀ ਤਿਆਰ ਹੈ। ਹੁਣ ਸਪੋਜ਼ ਕਰੋ ਕਿ ਅਗਰ ਤੁਹਾਨੂੰ ਇਹ ਵੇਚਣਾ ਪਏ, ਕਿੰਨੇ 'ਚ ਵੇਚੋਗੇ? ਬਈ ਅਗਰ ਮੈਂ ਹੁਣ ਕਰਾਂ ਤਾਂ ਮੈਂ 75,000 ਪਲੱਸ ਹੀ ਹੈ, ਇੰਨੇ 'ਚ ਵਿਕ ਜਾਣਾ ਹੈ। ਦਿਸਦਾ ਵੀ ਹੈ ਪਿਆ ਮਾਸ਼ਾਅੱਲਾ। ਤੇ ਹੋਰ ਇਹ ਪਹਿਲੇ 'ਚੋਂ ਹੈ ਨਵੇਂ 'ਚ? ਬਈ ਇਹ ਨਵਿਆਂ 'ਚ ਲੈ ਕੇ ਆਇਆ। ਔਰ ਇਹ 50 ਦਾ ਆਇਆ। 50 ਦਾ ਆਇਆ, ਸਹੀ। ਹੋਰ ਇਹ ਵਾਲਾ ਬੱਚਾ ਜੀ, ਇਹ ਕਿੰਨੇ ਦਾ ਹੈ? ਬਈ ਇਹ 64 ਦਾ। 64 ਦਾ ਜੀ ਬਈ। ਇਹ ਕਿੰਨੇ ਦਾ ਆਇਆ? ਇਹ 52 ਦਾ। 52 ਦਾ ਮਾਸ਼ਾਅੱਲਾ ਅੱਛਾ ਤੇ ਪਿਆਰਾ ਲੱਗਦਾ ਪਿਆ ਇਹ ਵਾਲਾ। ਅਸਲ 'ਚ ਉਸਮਾਨ ਭਾਈ ਜਦੋਂ ਬੰਦਾ ਪਰਚੇਜ਼ ਕਰਨ ਜਾਂਦਾ ਹੈ ਨਾ ਮੰਡੀ ਦੇ ਵਿੱਚ, ਉਦੋਂ ਇੱਕ ਤੇ ਡਾਇਰੈਕਟਲੀ ਤੁਹਾਨੂੰ ਉਹ ਜਿਹੜਾ ਓਨਰ ਹੁੰਦਾ ਹੈ, ਜਿਵੇਂ ਕਿ ਕਿਸੇ ਨੇ ਆਪਣੇ ਡੇਰੇ ਤੇ ਰੱਖੇ ਹੋਏ ਨੇ, ਅਗਰ ਉਹਨਾਂ ਕੋਲ ਮਿਲ ਜੇ ਤਾਂ ਤੁਹਾਨੂੰ ਸਸਤਾ ਮਿਲ ਜਾਂਦਾ ਹੈ। ਅੱਛਾ। ਹੁਣ ਕੁਝ ਐਸੇ ਬੱਚੇ ਨੇ ਜਿਹੜੇ ਸਾਨੂੰ ਡਾਇਰੈਕਟਲੀ ਫਾਰਮਰ ਦੇ ਇੱਥੋਂ ਮਿਲੇ ਹੋਏ ਨੇ, ਉਹ ਬਿਲਕੁਲ ਉਹਨਾਂ ਦਾ ਇੱਕ ਮਕੂਰ ਰੇਟ ਹੁੰਦਾ ਹੈ। ਜਦੋਂ ਬੱਚੇ ਚਲੇ ਜਾਂਦੇ ਨੇ ਨਾ ਵਪਾਰੀ ਦੇ ਹੱਥ, ਥਰਡ ਮੈਨ ਦੇ ਹੱਥ, ਉਦੋਂ ਫਿਰ ਜਦੋਂ ਅੱਗੋਂ ਸੇਲ ਕਰਨ ਆਉਂਦੇ ਨੇ, ਉਹ ਫਿਰ ਯਕੀਨਨ ਆਪਣੀ ਪ੍ਰੋਫਿਟ ਰੱਖਦੇ ਨੇ। ਉਹਨਾਂ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਇਹਨਾਂ ਨਾਲ ਕੀ ਕਰਨਾ, ਜੋ ਵੀ ਸੂਰਤ ਹਾਲ ਹੈ, ਉਹ ਫਿਰ ਜ਼ਿਆਦਾ ਮਹਿੰਗਾ। ਅੱਛਾ, ਇੱਕ ਨਵਾਂ ਬੰਦਾ ਜਾ ਰਿਹਾ ਮੰਡੀ, ਹੋਰ ਇਸ ਤੋਂ ਇਲਾਵਾ ਕਿਹੜੀ ਉਹਨੂੰ ਇਹਤਿਆਤ ਕਰਨੀ ਚਾਹੀਦੀ ਮੰਡੀ 'ਚ? ਜ਼ਾਰੀ ਗੱਲ ਹੈ ਨਵਾਂ ਬੰਦਾ ਗਿਆ, ਇੱਕ ਤਾਂ ਤੁਸੀਂ ਦੱਸਿਆ ਨਾ ਵੀ ਵਪਾਰੀ ਤੋਂ ਬਚਣਾ ਹੈ, ਡਾਇਰੈਕਟ ਫਾਰਮਰ ਕੋਲ ਲੈਣਾ, ਯਾਨੀ ਜਿਹਨੇ ਪਾਲਿਆ ਉਹਦੇ। ਜੀ ਬਿਲਕੁਲ। ਦੂਸਰਾ ਇਹ ਕਿ ਮੰਡੀ ਦੇ ਵਿੱਚ ਬੜੇ ਉਸ ਤਰ੍ਹਾਂ ਦੇ ਬੰਦੇ ਮਿਲਦੇ ਨੇ ਜਿਹੜੇ ਆਂਦੇ ਨੇ ਭਾਈ ਅਸੀਂ ਤੁਹਾਨੂੰ ਖਰੀਦ ਕੇ ਦਿੰਦੇ ਹਾਂ। ਰੀਸੈਂਟਲੀ ਮੇਰੇ ਤਾਇਬ ਹੋ ਗਏ ਲੈਣ ਬੱਕਰੇ ਲੈਣ ਗਏ ਸ਼ਬਾਜ਼ ਵਾਲਾ ਮੰਡੀ। ਅੱਛਾ। ਪਿਛਲੇ ਸਾਲ ਦੀ ਗੱਲ ਹੈ। ਤੇ ਉਹਨਾਂ ਨੂੰ ਇੱਕ ਬੰਦਾ ਟਕਰਿਆ, ਉਹ ਕਹਿੰਦਾ ਯਾਰ ਮੈਂ ਵੀ ਡਸਕੇ ਦਿਆਂ। ਅੱਛਾ। ਤੇ ਮੈਂ ਤੇ ਉਹਨੇ ਦੱਸਿਆ, ਪਤਾ ਨਹੀਂ ਸੁਹਾਵਾ ਸਟਾਫ ਦੱਸਿਆ। ਤੇ ਯਕੀਨਨ ਜਦੋਂ ਆਪਣੀ ਸਾਈਡ ਦਾ ਕੋਈ ਬੰਦਾ ਮਿਲੇ ਤਾਂ ਬੰਦਾ ਥੋੜਾ ਜਿਹਾ ਨਾ ਮੂਡ ਇਨਸਾਨ ਦਾ ਟਰਸਟਡ ਬਣ ਜਾਂਦਾ ਕਿ ਯਾਰ ਇਤਮਾਦ ਵਾਲਾ ਬੰਦਾ। ਤੇ ਉਹ ਬੰਦੇ ਗਾਇਬ ਹੋ ਗਏ, ਜਿਹਨੂੰ ਪੈਸੇ ਉਹਨਾਂ ਇਹਨਾਂ ਕੋਲ ਪੈਸੇ ਵੀ ਫੜ ਲਏ। ਅੱਛਾ। ਪਤਾ ਨਹੀਂ 4-5 ਲੱਖ ਰੁਪਈਆ ਉਹਨਾਂ ਇਹਨਾਂ ਕੋਲ ਫੜ ਲਿਆ। ਤੇ ਇੱਕ ਬੰਦਾ ਇਹਨਾਂ ਦੇ ਨਾਲ ਦੂਸਰੇ ਬੰਦੇ ਗਾਇਬ ਹੋ ਗਏ। ਤੇ ਜਿਹੜਾ ਬੰਦਾ ਨਾਲ ਸੀ ਉਹ ਵੀ ਗਾਇਬ ਹੋਣ ਲੱਗਾ, ਉਹ ਵੀ ਨਾ ਬਸ ਆਪਣੇ ਆਪ ਨੂੰ ਸਾਈਡ ਤੇ ਕਰਨ ਲੱਗਾ। ਨਾਲ ਮੇਰਾ ਇੱਕ ਕਜ਼ਨ ਸੀ, ਕਜ਼ਨ ਉਹਨੂੰ ਫੜ ਲਿਆ। ਉਹਨਾਂ ਨੂੰ ਜਿਵੇਂ ਉਹ ਪੁਲਿਸ ਫੜਦੀ ਹੈ, ਉਵੇਂ ਉਹਨਾਂ ਪਿੱਛੋਂ ਯਾਨੀ ਕਿ ਕੁੱਟ ਕੇ ਫੜ ਲਿਆ। ਤੇ ਉਹਨੂੰ ਆਖਿਆ ਹੁਣ ਤੈਨੂੰ ਛੱਡਦਾ ਨਹੀਂ, ਇਹਨੂੰ ਵੜ ਦਿਓ। ਜਿਵੇਂ ਵੀ ਉਹਨਾਂ ਨੂੰ ਨਾ ਕੋਈ ਤਰੀ ਸ਼ਰੀ ਲਗਾਈ ਇੱਕ ਦੋ, ਤੇ ਫਿਰ ਉਹ ਦੂਸਰੇ ਬੰਦੇ ਆਏ ਤੇ ਉਹਨਾਂ ਆਣ ਕੇ ਇਹਨਾਂ ਨੂੰ ਦਿੱਤਾ। ਸਾਰੀ ਇਸ ਤਰ੍ਹਾਂ ਦੀ ਯਾਨੀ ਕਿ ਫਰਾਡ ਬੜਾ ਹੋ ਜਾਂਦਾ ਹੈ ਮੰਡੀਆਂ ਦੇ ਵਿੱਚ ਨਾ। ਸਹੀ। ਇਸ ਤੋਂ ਇਲਾਵਾ ਇਹ ਦੱਸਿਓ ਕਿ ਕੁਝ ਆਲਰੇਡੀ ਫਾਰਮਾਂ ਤੋਂ ਤਿਆਰ ਹੋ ਕੇ ਆਏ ਹੁੰਦੇ ਨੇ ਬੱਚੇ, ਉਹ ਖਰੀਦਣੇ ਚਾਹੀਦੇ ਨੇ ਜਾਂ ਨਹੀਂ? ਬਈ ਯਕੀਨਨ ਅਗਰ ਕੋਈ ਫਾਰਮ ਦਾ ਬੱਚਾ ਤਿਆਰ ਹੋਇਆ ਤੇ ਉਹਦੇ ਵਿੱਚ ਤੁਹਾਡੇ ਕੋਲ ਆਣ ਕੇ ਗਰੋਥ ਹਿਸਾਬ ਦੀ ਨਹੀਂ ਕਰੇਗਾ, ਕਿਉਂਕਿ ਫਾਰਮ ਦੇ ਵਿੱਚ ਉਹਨਾਂ ਨੇ ਫੁੱਲ ਟਰਾਈ ਕੀਤੀ ਹੁੰਦੀ ਹੈ, ਹਰ ਚੀਜ਼ ਇੱਕ ਵੈਲ ਮੈਨੇਜ ਉਹਨਾਂ ਕੀਤਾ ਹੁੰਦਾ ਕੰਮ। ਅਗਰ ਨਵੇਂ ਬੰਦੇ ਕੋ ਆਉਂਦਾ ਤਾਂ ਯਕੀਨਨ ਥੱਲੇ ਜਾਏਗਾ, ਉੱਤੇ ਨਹੀਂ ਜਾਏਗਾ ਸਟਾਰਟਿੰਗ ਤੋਂ। ਅਗਰ ਉਹ ਸਟਾਰਟਿੰਗ ਤੋਂ ਨੀਚੇ ਜਾਂਦਾ ਤਾਂ ਫਿਰ ਉਹ ਗਰੋਥ ਕਰਦਿਆਂ ਆਪਣੀ ਮੇਨਟੇਨ ਆਪਣੇ ਆਪ ਨੂੰ ਕਰਦਿਆਂ ਜ਼ਿਆਦਾ ਟਾਈਮ ਲੱਗੇਗਾ। ਇਹਦੇ ਵਾਸਤੇ ਬਿਹਤਰ ਹੈ ਕਿ ਤੁਸੀਂ ਜਾਨਵਰ ਜਿਹੜਾ ਨਾ ਕੋਸ਼ਿਸ਼ ਕਰੋ ਕਿ ਪਹਿਲੇ ਤੋਂ ਤਿਆਰ ਨਾ ਹੋਏ। ਪਹਿਲੇ ਤੋਂ ਤਿਆਰ ਨਾ ਹੋਵੇ, ਥੋੜਾ ਜਿਹਾ ਕਮਜ਼ੋਰ ਜਾਨਵਰ ਹੋਏ, ਜ਼ਿਆਦਾ ਕਮਜ਼ੋਰ ਨਾ ਹੋਏ ਕਿ ਉਹਨੂੰ ਕੋਈ ਬਿਮਾਰੀ ਨਾ, ਯਾਨੀ ਕਿ ਹੋ ਸਕਦਾ ਬਿਮਾਰ ਹੋ ਜਾਂ ਇਸ ਤਰ੍ਹਾਂ ਦਾ, ਵੈਸੇ ਉਹ ਕਮਜ਼ੋਰ ਜਾਨਵਰ ਹੁੰਦਾ ਹੈ। ਉਸ ਤੋਂ ਇਲਾਵਾ ਤੁਸੀਂ ਕੀ ਚੀਜ਼ਾਂ ਚੈੱਕ ਕਰਦੇ ਹੋ ਜਦੋਂ ਮੰਡੀ 'ਚ ਜਾਂਦੇ ਹੋ? ਤੇ ਇੱਕ ਤੇ ਪੈਰ ਵਗੈਰਾ ਵੀ ਪੈਰ ਕੋਈ ਟੇਰਾ ਤੇ ਨਹੀਂ, ਉਸ ਤੋਂ ਇਲਾਵਾ ਬਿਮਾਰੀਆਂ ਨੂੰ ਕਿਵੇਂ ਜੱਜ ਕਰਦੇ ਹੋ ਕਿ ਬਿਮਾਰੀ ਹਰ ਬੰਦੇ ਦਾ ਮੇਰਾ ਖਿਆਲ ਹੈ ਆਪਣਾ ਆਪਣਾ ਤਰੀਕਾਕਾਰ ਤਜਰਬਾ ਹੈ, ਠੀਕ ਹੈ ਨਾ। ਜਿਹੜਾ ਵੀ ਜਾਏਗਾ ਯਕੀਨਨ ਥੋੜਾ ਬਹੁਤਾ ਤਜਰਬਾ ਕਰੇਗਾ। ਉਹਦੇ ਵਿੱਚ ਹੈ ਕਿ ਜਾਨਵਰ ਦੀ ਲੁੱਕ ਤੋਂ ਪਤਾ ਚੱਲ ਜਾਂਦਾ ਹੈ, ਲੇਜ਼ੀ ਜਿਹਾ ਤਾਂ ਨਹੀਂ ਬਣਿਆ ਹੋਇਆ, ਸੁਸਤ ਜਾਨਵਰ ਹੁੰਦਾ ਹੈ। ਉਹਦੀ ਥੋੜੀ ਬਹੁਤ ਜਿਲਦ ਨੂੰ ਹੱਥ ਲਾ ਕੇ ਬੰਦਾ ਚੈੱਕ ਕਰ ਲੈਂਦਾ ਕਿ ਅਗਰ ਬੰਦਾ ਚੁਟਕੀ ਯਾਨੀ ਕਿ ਉਹਨੂੰ ਘੋਰਦਾ, ਪਤਾ ਲੱਗ ਜਾਂਦਾ ਕਿ ਹਿਲਦਾ ਨਹੀਂ ਹਿਲਦਾ, ਸਾਰੀ ਸੂਰਤ ਹਾਲ ਉਹ ਆਟੋਮੈਟਿਕਲੀ ਜਦੋਂ ਬੰਦਾ ਇਸ ਸਾਈਡ ਨਾਲ ਆਉਂਦਾ ਤਾਂ ਫਿਰ ਪਤਾ ਚੱਲਣਾ ਸ਼ੁਰੂ ਹੋ ਜਾਂਦਾ। ਅੱਛਾ,
ਫਰੈਂਡਸ ਇੱਥੇ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਦਾ ਜਾਵਾਂ ਕਿ ਅਗਰ ਵਪਾਰੀ ਨੂੰ ਨਾਲ ਲੈਣਾ ਹੀ ਹੈ ਤੁਸੀਂ ਮੰਡੀ ਜਾਣ ਲੱਗੇ ਤੇ ਆਪਣੇ ਇਲਾਕੇ ਦਾ ਵਪਾਰੀ ਉੱਥੇ ਲੈ ਜਾਵੋ, ਕਿਉਂਕਿ ਉਹ ਦੂਰ ਜਾਏਗਾ ਤੇ ਉਹਨੂੰ ਉਧਰ ਦੀ ਵਾਕਫੀਅਤ ਨਹੀਂ ਹੋਏਗੀ। ਅਗਰ ਉੱਥੋਂ ਦਾ ਜਾ ਕੇ ਵਪਾਰੀ ਲਓਗੇ ਉਹਦੇ 'ਚ ਕੁਝ ਮਸਾਇਲ ਆਉਂਦੇ ਨੇ, ਜਿਵੇਂ ਕਿ ਮੈਂ ਜਦੋਂ ਉੱਥੇ ਗਿਆ ਸਾਂ ਤੇ ਉੱਥੇ ਇੱਕ ਗਾਏ ਦਾ ਸੌਦਾ ਹੁੰਦਿਆਂ ਦੇਖਿਆ, ਉਹ ਮੰਡੀ 'ਚੋਂ ਬੰਦਾ 33,000 ਦੀ ਗਾਏ ਲੈ ਕੇ ਆਇਆ ਤੇ ਇੱਕ ਵਪਾਰੀ ਉਹਦੇ ਕੋਲ ਕਸਟਮਰ ਨੂੰ ਲੈ ਕੇ ਆਇਆ ਕਿ ਜਿਹੜਾ ਨਾ ਮੈਂ ਤੇਰੀ ਗਾਏ ਸੇਲ ਕਰਵਾਉਣਾ, ਤੇ ਉਹਨੂੰ ਜਿਹਨੇ ਖਰੀਦੀ ਸੀ 33,000 ਦੀ ਉਹਨੂੰ ਇੱਕ ਸਾਈਡ 'ਤੇ ਕਰਕੇ ਕਹਿੰਦਾ ਤੂੰ ਅੱਗੋਂ ਮੈਨੂੰ 36,000 ਦੀ ਦੇ ਦੇ, ਤੇ ਉਹ ਜਿਹਨੂੰ ਉਹਨੇ ਅੱਗੇ ਦਵਾਈ ਉਹਨੂੰ ਉਹੀ ਗਾਏ 43,000 ਦੀ ਦਵਾਈ, ਯਾਨੀ 33,000 ਦੀ ਗਾਏ ਜਿਹੜੀ ਪਹਿਲੇ ਖਰੀਦੀ ਗਈ ਸੀ ਉਹਦੇ 'ਚੋਂ 3,000 ਉਹ ਮਾਲਿਕ ਨੂੰ ਦੇ ਕੇ, ਯਾਨੀ ਜਿਹਨੇ ਖਰੀਦੀ ਸੀ 3,000 ਉਹਨੂੰ ਦੇ ਕੇ ਅਗਲਾ ਸਾਰਾ ਇਹ ਵਪਾਰੀ ਲੈ गया। तो इस चीज़ों दी चलाकियां तो इस किस्म दी चलाकियां तो तुसां बचना है। उम्मीद है कि आपको ये वीडियो पसंद आई होगी। अगर वीडियो पसंद आए तो इसे लाइक शेयर कमेंट ज़रूर करना है, चैनल को सब्सक्राइब कर लेना है, क्योंकि अभी हम इनकी एक और वीडियो शूट करने वाले हैं जिसमें भैंसों का सारा एक्सपीरियंस आपके साथ शेयर करेंगे।